हाँ जी, सत श्री अकाल जी। ਐਤਵਾਰ ਦਾ ਅੱਜ ਦਿਨ ਹੈ, ਬਹੁਤ ਖੂਬਸੂਰਤ ਦਿਨ ਹੈ। ਕਈ ਹਫ਼ਤੇ ਲਗਾਤਾਰ ਸਾਡੇ ਇੱਥੇ ਐਡਲੇਡ 'ਚ ਬਰਸਾਤ ਹੁੰਦੀ ਰਹੀ ਹੈ ਅਤੇ ਅੱਜ ਥੋੜ੍ਹਾ ਜਿਹਾ ਸੂਰਜ ਦੇਵਤਾ ਨੇ ਆਪਣਾ ਚਿਹਰਾ ਵਿਖਾਇਆ ਹੈਗਾ। ਸੋ ਰੋਬੀ ਦਾ ਆਇਆ ਸੀਗਾ ਫੋਨ ਅਤੇ ਆਪਾਂ ਹੁਣ ਚੱਲੇ ਹਾਂ ਉਹਦੇ ਵਾਲੇ ਪਾਸੇ। ਆਪਾਂ ਛੋਟੀ ਨੂੰ ਮਿਲਾਂਗੇ, ਨਾਲੇ ਮਿਲਾਂਗੇ ਛੋਟੂ ਨੂੰ, ਸਾਰੇ ਪਰਿਵਾਰ ਨੂੰ। ਅਤੇ ਰੋਬੀ ਨੇ ਬਹੁਤ ਸੋਹਣੀ ਥਾਂ 'ਤੇ ਆਪਣਾ ਘਰ ਲਿਆ ਹੈਗਾ। ਅੱਜ ਤੁਹਾਨੂੰ ਉਹਦਾ ਘਰ ਵੀ ਵਿਖਾਉਂਦੇ ਹਾਂ। ਬਹੁਤ ਹੀ ਖੂਬਸੂਰਤ। ਉਹ ਜਿਵੇਂ ਪੰਜਾਬ 'ਚ ਕਿੱਲਿਆਂ ਦੇ ਮਾਲਕ ਹੁੰਦੇ ਆ ਅਤੇ ਰੋਬੀ ਹੈਗਾ ਇੱਥੇ ਪਹਾੜੀ ਦਾ ਮਾਲਕ। ਸੋ ਬਹੁਤ ਸੋਹਣਾ ਨਜ਼ਾਰਾ ਹੈਗਾ ਉੱਥੋਂ ਦਾ, ਤੁਹਾਨੂੰ ਵਿਖਾਉਂਦੇ ਉੱਥੋਂ ਦੇ ਨਜ਼ਾਰੇ। ਅਤੇ ਹੁਣ ਮੈਂ ਸੋਚਦਾ ਵੀ ਆਪਣੇ ਘਰ ਲੱਗਿਆ ਸੰਤਰੇ ਅਤੇ ਨਿਆਣਿਆਂ ਵਾਸਤੇ ਕੁਝ ਸੰਤਰੇ ਲੈ ਚੱਲੀਏ। ਇਸ ਬੂਟੇ ਦੀ ਖਾਸੀਅਤ ਇਹ ਹੈ ਜੀ ਕਿ ਇਸ 'ਤੇ ਰਾਈਟ ਨਾਓ 3 ਤਰ੍ਹਾਂ ਦੇ ਸੰਤਰੇ ਲੱਗੇ ਹੋਏ ਨੇ। ਇਹ ਤੇ ਫਲ ਐਤਕੀ ਬਹੁਤ ਵਧੀਆ ਹੋਇਆ। ਪ੍ਰੂਨਿੰਗ ਕੀਤੀ ਸੀਗੀ ਕਾਫੀ ਹੈਵੀ ਅਤੇ ਬਹੁਤ ਹੀ ਸੋਹਣੇ ਸੰਤਰੇ ਲੱਗੇ ਨੇ। ਪਹਿਲੇ ਤਾਂ ਤੁਸੀਂ ਆਹ ਦੇਖ ਰਹੇ ਹੋ ਜਿਹੜੇ ਮੈਂਡਰੀਨ ਨੇ, ਆਹ ਵਾਲੇ ਮੈਂਡਰੀਨ, ਇਹ ਹੋ ਗਈ ਪਹਿਲੀ ਵਰਾਇਟੀ। ਅਤੇ ਦੂਜੀ ਵਰਾਇਟੀ ਹੋ ਗਈ ਆਹ ਥੱਲੇ ਸੰਤਰੇ ਲੱਗੇ ਹੋਏ ਨੇ। ਇਹ ਇੱਧਰਲੇ ਪਾਸੇ ਕਾਫੀ ਹੈ, ਨਜ਼ਾਰਾ ਹੀ ਹੈ ਮਿੱਤਰੋ। ਇਹ ਹੋ ਗਈਆਂ 2 ਵਰਾਇਟੀਆਂ। ਅਤੇ ਤੀਜੀ ਵਰਾਇਟੀ ਦੇ ਸੰਤਰੇ ਜਿਹੜੇ ਰਾਈਟ ਨਾਓ ਲੱਗੇ ਹੋਏ ਨੇ ਉਹ ਹੈਗੇ ਨੇ ਇੱਧਰਲੇ ਪਾਸੇ। ਆਹ ਤੀਜੀ ਵਰਾਇਟੀ ਦੇ ਸੰਤਰੇ ਲੱਗੇ ਹੋਏ ਨੇ। ਇਹ ਸੀਗੇ। ਇੱਕ ਹੋਰ ਵਰਾਇਟੀ ਸੀਗੀ ਇਹਦੇ 'ਤੇ, ਪਰ ਪਿਛਲੇ ਸਾਲ ਅਸੀਂ ਉਹ ਸਾਰੇ ਕੱਟਤੇ ਕਿਉਂਕਿ ਸੰਤਰੇ ਕੌੜੇ ਹੋ ਗਏ ਸੀਗੇ ਉਹਦੇ। ਸੋ ਆਹ ਨਵੀਆਂ ਟਾਹਣੀਆਂ ਜਿਹੀਆਂ ਨਿਕਲੀਆਂ ਨੇ, ਪਰ ਵੱਧ ਇਹ ਛੂਟਾਂ ਹੀ ਲੱਗਦੀਆਂ ਨੇ, ਇਸ ਕਰਕੇ ਲੱਗਦਾ ਵੀ ਇਹ ਸਾਰੀਆਂ ਛੂਟਾਂ ਕੱਢਣੀਆਂ ਪੈਣਗੀਆਂ। ਅਤੇ ਇੱਕ ਹੋਰ ਵਰਾਇਟੀ ਲਾਈ ਹੈ ਜੈਪਨੀਜ਼ ਮੈਂਡਰੀਨ। ਉਹ ਆਹ ਵਾਲੀ ਟਾਹਣੀ ਹੈ, ਆਹ ਵਾਲੀ ਟਾਹਣੀ ਹੈ। ਇਹ ਇੱਕੋ ਟਾਹਣੀ ਚੱਲੀ ਹੈ। ਗ੍ਰਾਫਟਿੰਗ ਤਾਂ ਕਈ ਕੀਤੀਆਂ ਸੀਗੀਆਂ, 4-5 ਕੀਤੀਆਂ ਸੀ, ਬਟ ਚੱਲੀ ਇੱਕੋ ਟਾਹਣੀ ਹੈ। ਅਤੇ ਜੇਕਰ ਹੁਣ ਜਿਹੜੇ ਸੰਤਰੇ ਕੌੜੇ ਹੋਏ ਸੀ ਉਹ ਦੁਬਾਰਾ ਚੱਲ ਪੈਂਦੇ ਨੇ ਅਤੇ ਮਿੱਠੇ ਹੋ ਜਾਂਦੇ ਨੇ, ਤਾਂ ਨਾਲ ਜੈਪਨੀਜ਼ ਮੈਂਡਰੀਨ ਵੀ ਚੱਲ ਪਵੇ ਤਾਂ ਇਸ ਬੂਟੇ 'ਤੇ 5 ਕਿਸਮ ਦੇ ਜਿਹੜੇ ਸੰਤਰੇ ਆ ਉਹ ਲੱਗ ਜਾਣਗੇ। ਰਾਈਟ ਨਾਓ 3 ਤਰ੍ਹਾਂ ਦੀ ਜਿਹੜੀ ਵਰਾਇਟੀ ਆ ਉਹ ਲੱਗੀ ਹੋਈ ਹੈ। ਆਹ ਹਜੇ ਥੋੜ੍ਹੇ ਜਿਹੇ ਕੱਚੇ ਨੇ, ਇਹ ਟਾਈਮ ਲੈਣਗੇ, ਇਹ ਹਰੇ ਆ। ਬਾਕੀ ਆ ਸਾਰੇ ਤਿਆਰ ਨੇ। ਬਹੁਤ ਸੋਹਣਾ ਫਰੂਟ ਹੋਇਆ ਜੀ। ਲਓ ਜੀ, ਆਪਾਂ ਤੋੜ ਲਈਏ ਜਵਾਕਾਂ ਵਾਸਤੇ ਸੰਤਰੇ। ਸੰਤਰੇ ਨਾ ਕਈ ਲੋਕ ਤਾਂ ਇੱਕ ਇੱਦਾਂ ਤੋੜ ਲੈਂਦੇ, ਜਿਵੇਂ ਹੁਣ ਇੱਥੋਂ ਕਈ ਵਾਰੀ ਲੰਘਦੇ ਟੱਪਦੇ ਲੋਕ ਸੰਤਰੇ ਤੋੜਦੇ ਆ, ਉਹ ਇੱਦਾਂ ਤੋੜਦੇ ਆ, ਜਦੋਂ ਕਿ ਇੱਦਾਂ ਸੰਤਰਾ ਕਦੇ ਵੀ ਨਹੀਂ ਟੁੱਟਦਾ। ਇਹ ਹਮੇਸ਼ਾ, ਆਹ ਵੀ ਗਲਤ ਹੈ। ਇਹਦੇ 'ਤੇ ਕਹਿੰਦੇ ਕੋਈ ਸਟਾਰ ਜਿਹਾ ਹੋਣਾ ਚਾਹੀਦਾ। ਇਹ ਉਹਨਾਂ ਨੂੰ ਪਤਾ ਲੱਗ ਜਾਣਾ ਜਿਹੜੇ ਕਿ ਰੈਨਮਾਰਕ ਦੇ ਵਿੱਚ ਸੰਤਰੇ ਤੋੜਦੇ ਰਹੇ। ਮੈਂ ਤਾਂ ਭੁੱਲ ਹੀ ਗਿਆ ਯਾਰ ਕਿਵੇਂ ਤੋੜਦੇ ਹੁੰਦੇ ਸੀ। ਇਹਦੇ ਥੋੜ੍ਹੀ ਜਿਹੀ ਹੈਗੀ, ਇਸ ਨੂੰ ਘੁਮਾ ਕੇ ਜਾਂ ਐਂ ਘੁਮਾ ਕੇ ਜੇ ਤੋੜਦੇ ਹੁੰਦੇ ਸੀ, ਪਤਾ ਨਹੀਂ ਕਿਹੜੇ ਤਰੀਕੇ ਨਾਲ। ਨਹੀਂ, ਆਹ ਡੰਡੀ ਵੀ ਨਹੀਂ ਹੋਣੀ ਚਾਹੀਦੀ ਇਸ 'ਤੇ। ਇਕੱਲਾ ਸਟਾਰ ਜਿਹਾ ਆਉਂਦਾ ਹੁੰਦਾ, ਇਹ ਐਂ ਆਉਂਦਾ ਹੁੰਦਾ ਇਹ, ਪਰ ਮੈਂ ਭੁੱਲ ਗਿਆ ਕਿ ਕਿਵੇਂ ਤੋੜੀ ਦੇ ਹੈਗੇ। ਆਲੋ ਆ ਫਿਰ ਗਲਤ ਹੈਗਾ। ਕੁਛ ਸੰਤਰੇ ਆਪਾਂ ਇਸ ਵਰਾਇਟੀ ਦੇ ਵੀ ਤੋੜ ਲੈਂਦੇ ਹੈਗੇ। ਆਲੋ, ਮੈਂ ਤਾਂ ਸੰਤਰੇ ਨਹੀਂ ਟੁੱਟਦੇ ਪਏ, ਭੁੱਲ ਗਿਆ ਕਿਵੇਂ ਤੋੜਦੇ ਹੁੰਦੇ ਸੀਗੇ। ਨਾ ਬਾਈ, ਆਪਣਾ ਤਾਂ ਕੰਮ ਫੇਲ ਹੈ। ਆਪਾਂ ਤੁਹਾਨੂੰ ਡਰਾਈਵਰੀ ਜੋਗੇ ਰਹਿ ਗਏ। ਇੱਥੇ ਰੱਖ, ਆ ਜਾ ਭਰਾਵਾ। ਹਾਂ, ਆਹ ਇੱਕ ਸਹੀ ਟੁੱਟ ਗਿਆ। ਇੱਦਾਂ ਸਟਾਰ ਜਿਹਾ ਹੋਣਾ ਚਾਹੀਦਾ, ਫਿਰ ਉਹਨੂੰ ਸਹੀ ਤੁੜਾਈ ਮੰਨੀ ਜਾਂਦੀ ਹੈ। ਇੱਧਰਲੀ ਵਰਾਇਟੀ ਵੀ ਤੋੜ ਲਈ ਥੋੜ੍ਹੀ ਜਿਹੀ। ਆਹ ਸਹੀ ਟੁੱਟ ਗਿਆ। ਚਲੋ ਜੀ, ਲਓ ਜੀ, ਆਪਾਂ ਪਹੁੰਚਣ ਵਾਲੇ ਹੀ ਹਾਂ। ਸਿਰਫ 1 ਮਿੰਟ ਦਾ ਰਸਤਾ ਬਾਕੀ ਰਹਿ ਗਿਆ ਰੋਬੀ ਦੇ ਘਰ ਦਾ। ਪਰ ਤੁਸੀਂ ਇਲਾਕਾ ਦੇਖੋ ਕਿੱਡਾ ਖੂਬਸੂਰਤ ਹੈ। ਜਿੱਥੇ ਅਸੀਂ ਰਹਿੰਦੇ ਹਾਂ ਸਿਟੀ ਦੇ ਵਿੱਚ, ਉੱਥੇ ਇੰਨੇ ਦਰੱਖਤ ਨਹੀਂ ਹੈਗੇ। ਇੱਥੇ ਤਾਂ ਭਾਈ ਆਕਸੀਜਨ ਦੀ ਫੈਕਟਰੀ ਉਹ ਲੱਗੀ ਹੋਈ ਹੈ ਜਿੱਥੇ ਰਹਿੰਦੇ ਨੇ। ਬਹੁਤ ਹੀ ਖੂਬਸੂਰਤ ਮਾਹੌਲ ਹੈ। ਲਓ ਜੀ, ਪਹੁੰਚ ਗਏ ਆਪਾਂ
ਰੋਬੀ ਦੇ ਘਰੇ ਤੇ ਬਾਈ ਇਹਨੇ ਬਾਜ ਬਾਹਰ ਰੱਖੇ ਹੈਗੇ ਇੱਥੇ ਬੂਹੇ ਤੇ। ਆ ਹੈਗਾ ਹੈ ਜੀ ਫਰੰਟ ਗਾਰਡਨ ਤੇ ਖੜੀ ਹੈ ਕੈਰਾਵੈਨ ਤੇ ਹੁਣ ਆਪਾਂ ਚੱਲੀਏ ਅੰਦਰ। ਆ ਚਿਹਰੇ ਵਾਲਾ ਲੱਗਿਆ ਪਿਆ ਹੈਗਾ। ਕਿਵੇਂ ਚਿਹਰੇ ਵਾਲਿਆ? ਹਾਂਜੀ ਸਵੇਰ ਦੇ ਲੱਗਿਆ ਕਿੱਦਾਂ ਚਿਹਰੇ ਵਾਲਿਆ? ਸਵੇਰ ਦੇ ਲੱਗਿਆ ਮੈਂ ਇਹ ਰੂਮ ਨੂੰ ਨਾ ਬਣਾਉਣ ਦਾ ਸੋਚ ਰਿਹਾ। ਮਿਊਜ਼ਿਕ ਜਿਹੜਾ ਚੱਲ ਰਿਹਾ ਨਾ, ਮੈਂ ਸੋਚ ਰਿਹਾ ਕਿ ਧਮਕ ਕਿੰਨੀ ਕੁ ਪੈਂਦੀ ਆ ਹਾਂ ਤੇ ਉਹਦੇ ਪਿੱਛੇ ਉੱਥੇ ਵੱਡਾ ਪਰਦਾ ਲਾ ਕੇ ਤਾਂ ਜੋ ਇੱਕ ਥੀਏਟਰ ਵਾਲੀ ਫੀਲਿੰਗ ਲਿੱਤੀ ਜਾਵੇ। ਅੱਛਾ ਮੈਂ ਕਿਹਾ ਵੀ ਅੰਦਰੋਂ ਆਵਾਜ਼ ਡਬਲ ਤਾਂ ਨਹੀਂ ਹੁੰਦੀ, ਮੈਂ ਉਹ ਚੈੱਕ ਕਰਨ ਲੱਗਿਆ ਹੋਇਆ। ਨਹੀਂ ਆਵਾਜ਼ ਬਹੁਤ ਸੋਹਣੀ ਆ ਰਹੀ ਹੈ, ਆਵਾਜ਼ ਦੂਰੀ ਆ ਰਹੀ ਹੈ ਬਹੁਤ ਬਹੁਤ ਸੋਹਣੀ। ਹਾਂ ਲਓ ਜੀ ਰਾਜ ਤੇ ਨਾਲ ਹੈਗੀ ਪੂਜਾ। ਸੋ ਕੰਮ ਕਰਕੇ ਤੇ ਵਧੀਆ ਲੱਗ ਰਿਹਾ। ਪਹਿਲਾਂ ਸਵੇਰੇ ਅੱਜ ਬਰਨ ਕੀਤਾ, ਅਜੇ ਵੀ ਇਹਦੇ ਵਿੱਚ ਹੈਗੀ ਅੱਗ ਉੱਗ ਕਾਫੀ ਪਈ ਆ। ਅੱਛਾ ਤੇ ਕਾਫੀ ਸਾਰਾ ਤੇ ਫਿਰ ਅਸੀਂ ਰੋਕ ਲਿਆ। ਮੈਂ ਕਿਹਾ ਕੱਲੇ ਉਹ ਧੂਈ ਜੀ ਵਾਲਾ ਸਵਾਦ ਲਈਏ, ਠੀਕ ਐਵੇਂ ਕਿਉਂ ਬਰਨ ਆਊਟ ਕਰੀ ਜਾਈਏ ਹਨਾ। ਉਹ ਸਾਰਾ ਰੱਖਿਆ ਪਿਆ ਮਸਾਲਾ ਤੇ ਉਧਰ ਪਿੱਛੇ ਬੈਕ ਤੇ ਸੈੱਟ ਕੀਤਾ। ਮੁਰਗਿਆਂ ਦੇ ਅੱਜ ਖੰਭ ਕੱਟੇ, ਉਡਾਰੀ ਮਾਰ ਜਾਂਦੇ ਸੀ ਗੁਆਂਢੀਆਂ ਦੇ। ਹਜਾਮਤ ਕੀਤੀ ਹੈ। ਹਾਂ ਉਹ ਕੁੱਤੇ ਉਹਨਾਂ ਦੇ ਪਿੱਛੇ ਪੈ ਜਾਂਦੇ ਸੀ ਤੇ ਪਹਿਲਾ ਕੰਮ ਇਹ ਕੀਤਾ। ਹਾਂ ਸਭ ਤੋਂ ਪਹਿਲਾਂ ਜਦ ਉਹਨਾਂ ਦੇ ਖੰਭ ਕੱਟੇ ਗਏ ਫੈਂਸ ਨਾਲ ਟੱਪਣ, ਅੱਛਾ ਤੇ ਉਹਨਾਂ ਨੂੰ ਨਾ ਉਹ ਕਹਿੰਦੇ ਪਿੰਜਰੇ ਦੇ ਵਿੱਚ ਇੱਧਰ ਰੱਖੇ ਹੋਏ ਸੀ ਇਹਦੇ ਵਿੱਚ, ਹਾਂ ਹਾਂ ਤੇ ਉਹਨਾਂ ਨੂੰ ਚੋਗਾ ਰੋਜ਼ ਪਾ ਦਿੰਦੇ ਸੀ। ਹਾਂ ਤੇ ਉਹ ਹੈਗੇ ਦੂਜੇ ਜਿਹੜੇ ਬਾਹਰ ਖੇਡਣ ਵਾਲੇ ਹੁੰਦੇ ਨੇਗੇ, ਕੀ ਕਹਿੰਦੇ ਹੁੰਦੇ ਨੇਗੇ, ਫ੍ਰੀ ਰੇਂਜ। ਹਾਂ ਫ੍ਰੀ ਰੇਂਜ। ਤੇ ਉਹ ਹੁਣ ਜਦੋਂ ਉਹਨਾਂ ਨੂੰ ਅੰਦਰ ਚੋਗਾ ਪਾਈ ਜਾਂਦੇ ਸੀ ਉਹ ਡਿਪੈਂਡਡ ਹੋ ਗਏ ਸਾਡੇ ਤੇ। ਉਹ ਅੱਜ ਉੱਥੇ ਉਹ ਬੜਾ ਬੈਡ ਫੀਲ ਕਰੀ ਜਾਂਦੇ ਨੇ, ਇੱਕ ਖੁੰਝੇ ਲੱਗੇ ਬੈਠੇ ਨੇ। ਮੈਂ ਉਹਨਾਂ ਨੂੰ 3-4 ਵਾਰੀ ਪਿੱਛੇ ਜਾ ਕੇ ਭਜਾ ਕੇ ਆਇਆ। ਮੈਂ ਕਿਹਾ ਤੁਹਾਡੀ ਲਾਈਫ ਐਦਾਂ ਦੀ ਆ, ਤੁਸੀਂ ਭੱਜੋ ਫਿਰੋ ਖੇਡੋ। ਮੈਂ ਨਾ ਅੱਜ ਵਿਊਅਰਸ ਨੂੰ ਤੇਰੇ ਘਰ ਦੀ ਬੜੀ ਤਾਰੀਫ ਕੀਤੀ ਸੀ ਵੀ ਰੋਬੀ ਬਹੁਤ ਸੋਹਣੇ ਥਾਂ ਤੇ ਰਹਿੰਦਾ ਹੈ, ਪਹਿਲਾਂ ਆਪਾਂ ਘਰ ਵਿਖਾਈਏ। ਹਾਂਜੀ ਹਾਂਜੀ ਚਲੋ ਚਲੋ ਚਲੋ। ਆ ਖੜੇ ਨੇ ਰੋਬੀ ਦੇ ਗੁਆਂਢੀਆਂ ਦੇ ਘੋੜੇ। ਰੋਬੀ ਗੱਲ ਇਉਂ ਆ ਭਈ ਮੈਂ ਦੱਸਿਆ ਸੀ ਆਪਣੇ ਮਿੱਤਰਾਂ ਨੂੰ ਵੀ ਤੇਰਾ ਘਰ ਜਿਹੜਾ ਨਵਾਂ ਘਰ ਹੈ ਬਹੁਤ ਪਿਆਰੀ ਥਾਂ ਤੇ ਹੈਗਾ ਜੀ, ਪਰ ਇੱਥੇ ਕੋਈ ਆਂਢ ਗੁਆਂਢ ਤਾਂ ਕੋਈ ਹੈ ਹੀ ਨਹੀਂਗਾ ਤੇ ਸਿਟੀ ਤੋਂ ਬਹੁਤ ਦੂਰ ਹੈਗਾ। ਇੱਥੇ ਕਿਉਂ ਫੈਸਲਾ ਕੀਤਾ ਇੰਨੀ ਦੂਰ ਘਰ ਲੈਣ ਦਾ? ਨਹੀਂ ਮੈਨੂੰ ਲੱਗਦਾ ਆਂਢ ਗੁਆਂਢ ਉਦਾਂ ਦਾ ਆਂਢ ਗੁਆਂਢ ਨਹੀਂ ਹੈ ਜਿਹੜਾ ਆਂਢ ਗੁਆਂਢ ਜਾਂ ਇੰਡੀਆ 'ਚ ਹੁੰਦਾ, ਜਾਂ ਆਪਾਂ ਕਹਿ ਲਈਏ ਕਿ ਬਹੁਤ ਜਿਹੜਾ ਟਾਊਨ ਦੇ ਵਿੱਚ ਰਹਿੰਦੇ ਆ ਦੂਰ ਦੂਰ ਆ। ਪਰ ਸਾਨੂੰ ਇਹ ਆ ਵੀ ਰਾਤ ਨੂੰ ਖੰਘਦੇ ਗੁਆਂਢੀ ਸੁਣਦੇ ਆ। ਅੱਛਾ ਜਿੱਦਾਂ ਥੋੜੀ ਬਹੁਤੀ ਹਰਕਤ ਸੁਣਦੀ ਆ, ਜਿੱਦਾਂ ਖੇਤਾਂ ਦੇ ਵਿੱਚ ਨਹੀਂ ਹੁੰਦਾ ਕਿ ਦੂਰ ਖੇਤ 10-15 ਕਿੱਲਿਆਂ ਤੇ ਜੇ ਕੋਈ ਬੰਦਾ ਥੋੜਾ ਬਹੁਤਾ ਖੜਕਾ ਕਰਦਾ ਉਹ ਬੜਾ ਈਜ਼ੀਲੀ ਸੁਣ ਜਾਂਦਾ। ਸੋ ਉਦਾਂ ਦਾ ਮਾਹੌਲ ਆ, ਸੁਣਦੇ ਨੇ ਇੱਕ ਦੂਜੇ ਨੂੰ। ਅਸੀਂ ਜੇ ਮੈਨੂੰ ਲੱਗਦਾ ਅਜੇ ਟਾਊਨ ਦੇ ਵਿੱਚ ਜੇ ਅਸੀਂ ਗੁਆਂਢੀ ਨੂੰ ਆਵਾਜ਼ ਮਾਰੀਏ ਸੁਣੇ ਨਾ, ਇੱਥੇ ਜੇ ਅਸੀਂ ਗੁਆਂਢੀ ਨੂੰ ਆਵਾਜ਼ ਮਾਰਦੀਏ ਤਾਂ ਉਹਨਾਂ ਨੂੰ ਨਾਲ ਦੀ ਨਾਲ ਸੁਣ ਜਾਣੀ ਆਵਾਜ਼ ਆ ਜਾਣੀ। ਠੀਕ ਹੈ। ਹੁਣ ਜਿਵੇਂ ਰੀਸੈਂਟਲੀ ਇਹ ਪ੍ਰਾਪਰਟੀ ਬਾਏ ਕੀਤੀ ਹੈਗੀ ਹੈ ਤੇ ਪਹਿਲਾਂ ਜਿਹੜਾ ਆਪਣਾ ਘਰ ਸੀਗਾ ਉਹ ਆਬਾਦੀ ਦੇ ਵਿੱਚ ਸੀਗਾ ਜੀ, ਤੇ ਅੱਜ ਕੱਲ੍ਹ ਖੈਰ ਰੇਟ ਬੜੇ ਹਾਈ ਹੋਏ ਹੋਏ ਨੇ ਪਿਛਲੇ ਤਕਰੀਬਨ 1.5-2 ਸਾਲ ਤੋਂ ਆਸਟ੍ਰੇਲੀਆ ਦੇ ਵਿੱਚ। ਤੇ ਬਹੁਤ ਸਾਰੇ ਇਹੋ ਜਿਹੇ ਮਿੱਤਰ ਪਿਆਰੇ ਹੋਣਗੇ ਜਿਹੜੇ ਕਿ ਪ੍ਰਾਪਰਟੀ ਬਾਏ ਕਰਨੀ ਚਾਹੁੰਦੇ ਆ। ਜਿਵੇਂ ਹੁਣ ਆਪਾਂ ਸਿਟੀ 'ਚ ਰਹਿੰਦੇ ਆ ਤੇ ਤੁਸੀਂ ਇੱਥੇ ਖੁੱਲ੍ਹੇ ਡੁੱਲੇ ਮਾਹੌਲ 'ਚ ਰਹਿੰਦੇ ਹੋ, ਕੀ ਐਕਸਪੀਰੀਅੰਸ ਹੈਗਾ ਤੇਰਾ? ਕੀ ਸੁਜੈਸਟ ਕਰੇਗਾ ਜਿਹੜੇ ਨਵੇਂ ਲੋਕ ਘਰ ਲੈਣਾ ਲੋਚਦੇ ਨੇ? ਵੈਲ ਮੈਨੂੰ ਲੱਗਦਾ ਫਸਟ ਟਾਈਮ ਘਰ ਤਾਂ ਸਿਟੀ ਦੇ ਵਿੱਚ ਟਾਊਨ 'ਚ ਹੀ ਲੈਣਾ ਚਾਹੀਦਾ। ਔਰ ਤੁਸੀਂ ਫੈਮਿਲੀ ਸਾਈਜ਼ ਵੀ ਦੇਖਣਾ ਚਾਹੀਦਾ, ਸਿਚੁਏਸ਼ਨ ਦੇਖਣੀ ਚਾਹੀਦੀ ਹੈ, ਕਿੰਨੇ ਕੁ ਬੰਦੇ ਕੰਮ ਕਰਦੇ ਹੋ। ਮੇਰੇ ਘਰ ਪਰਿਵਾਰ ਦਾ ਇੱਕ ਬਹੁਤ ਵੱਡਾ ਹਿੱਸਾ ਜਿਹੜਾ ਉਹ ਘਰ ਹੀ ਰਹਿੰਦਾ। ਮੇਰੇ ਵਾਈਫ ਉਹ ਫੁੱਲ ਟਾਈਮ ਘਰ ਹੀ ਰਹਿੰਦੇ ਨੇ, ਬੱਚਿਆਂ ਦੀ ਲੁੱਕ ਆਫਟਰ ਕਰਦੇ ਨੇ। ਆਂਢ ਗੁਆਂਢ 'ਚ ਆਉਂਦੇ ਜਾਂਦੇ ਆ ਤਾਂ ਇਹ ਨਹੀਂ ਹੈ ਕਿ ਅਸੀਂ ਲੋਕ ਲਾ ਕੇ ਜਾਂਦੇ ਹਾਂ ਘਰੇ। ਤੇ ਉਸ ਚੀਜ਼ ਦਾ ਸਾਨੂੰ ਇਹ ਹੈ ਕਿ ਅਸੀਂ, ਮੈਨੂੰ ਲੱਗਦਾ ਵੀ ਕਾਫੀ ਹਾਰਡ ਵਰਕ ਤੋਂ ਬਾਅਦ ਸਾਡੀ ਲਾਈਫ ਉਸ ਸਟੇਜ ਤੇ ਪਹੁੰਚ ਗਈ ਸੀ ਕਿ ਅਸੀਂ ਇੱਦਾਂ ਦੇ ਲਾਈਫ ਸਟਾਈਲ ਨੂੰ ਚੂਜ਼ ਕਰ ਸਕਦੇ ਹਾਂ। ਠੀਕ ਹੈ। ਸੋ ਉਹ ਇੱਕ ਬਹੁਤ ਜ਼ਰੂਰੀ ਆ ਕਿ ਪਹਿਲਾਂ ਤੁਸੀਂ ਆਪਣੀਆਂ ਪ੍ਰਾਇੋਰਟਾਈਜ਼ ਦੇਖਣੀਆਂ ਹੁੰਦੀਆਂ, ਪ੍ਰਾਇੋਰਟੀਜ਼ ਕਿੱਦਾਂ ਦੀਆਂ ਨੇਗੀਆਂ। ਜੇ ਤੁਸੀਂ ਹੁਣ ਇੱਦਾਂ ਦੇ এনवायरमेंट ਦੇ ਵਿੱਚ ਰਹਿਣਾ ਜਿਹੜਾ ਆਊਟ ਆਫ ਟਾਊਨ ਆ ਤੇ ਤੁਸੀਂ 8 ਘੰਟੇ 10 ਘੰਟੇ ਜੌਬ 'ਤੇ ਹੀ ਰਹਿੰਦੇ ਹੋ ਸਾਰਾ ਟੱਬਰ, ਤਾਂ ਮੈਨੂੰ ਲੱਗਦਾ ਉਹ ਬਹੁਤ ਵਧੀਆ ਡਿਸੀਜਨ ਨਹੀਂ ਹੋਊਗਾ ਉਸ ਸਟੇਜ 'ਤੇ। ਬਟ ਹਾਂ ਆਉਣ ਵਾਲੇ ਟਾਈਮ ਦੇ ਵਿੱਚ ਜਿਉਂ-ਜਿਉਂ ਤੁਸੀਂ ਜਿੱਦਾਂ ਇਹ ਘਰ ਲੈਣਾ, ਇੱਕ ਇੱਦਾਂ ਦਾ ਇੱਕ ਮੈਂ ਸੋਚਦਾ ਹੁੰਦਾ ਸੀ। ਇੱਕ ਚੀਜ਼ ਹੋਰ ਮੈਂ ਐਡਵਾਈਜ਼ ਕਰੂੰਗਾ ਕਿ ਅਸੀਂ ਹਰ ਚੀਜ਼ ਨੂੰ ਨਾ ਕੈਲਕੂਲੇਟਿਵ ਵੀ ਤਰੀਕੇ ਨਾਲ ਦੇਖਦੇ ਹਾਂ। ਜਦੋਂ ਇੱਥੇ ਆਉਣੇ ਆ ਸ਼ੁਰੂ ਦੇ ਵਿੱਚ ਅਸੀਂ ਡਾਲਰ ਗਿਣਦੇ ਹਾਂ, ਘੰਟੇ ਦੇ ਇੰਨੇ ਬਣ ਗਏ, ਫਿਰ ਆਵਰਲੀ ਲਾ ਕੇ ਹੌਲੀ ਹੌਲੀ ਹਫ਼ਤੇ ਦੇ ਉਹ ਜਿਹੜਾ ਮਾਈਂਡ ਸੈੱਟ ਹੈਗਾ ਉਹ ਪਹਿਲੇ ਕੁਝ ਸਾਲਾਂ ਦੇ ਵਿੱਚ ਬਹੁਤ ਜ਼ਰੂਰੀ ਆ, ਹੋਣਾ ਵੀ ਚਾਹੀਦਾ। ਬਟ ਨਾਲ ਦੀ ਨਾਲ ਤੁਸੀਂ ਇੱਕ ਜਿਹੜਾ ਡਰੀਮ ਹੈਗਾ ਮੈਂ ਤਾਂ ਹੈ ਹੀ ਨਹੀਂ ਸੀ, ਮਤਲਬ ਦਿਸ ਵਾਜ਼ ਨਾਟ ਪਲੈਨਡ, ਪਰ ਮੈਂ ਇੱਦਾਂ ਦਾ ਘਰ 'ਚ ਰਹਿਣਾ ਚਾਹੁੰਦਾ ਸੀ।
ਆਪਾਂ ਇੱਛਾ ਸੀ ਬਸ। ਤੈਨੂੰ ਯਾਦ ਹੋਣਾ ਵੀ 2009 ਦੇ ਵਿੱਚ ਤੇਰੀ ਗਵਾਲਰ ਵਾਲੀ ਪ੍ਰਾਪਰਟੀ ਤੇ ਆਪਾਂ ਇੱਕ ਵਾਰੀ ਗਏ ਸੀਗੇ, ਉੱਥੇ ਤੂੰ ਕਹਿੰਦਾ ਹੁੰਦਾ ਸੀਗਾ ਯਾਰ ਕਿ ਮੈਂ ਇੱਥੇ ਇੱਥੇ ਘਰ ਘਰ ਚਾਹੁੰਦਾ। ਹਾਂ ਮੈਨੂੰ ਯਾਦ ਹੈ 12 ਸਾਲ ਪਹਿਲਾਂ ਦੀ ਗੱਲ। ਉਹ ਘਰ ਉਹ ਦੇਖੋ 4 ਏਕੜ ਮੈਂ ਲੈਤੀ ਹੋਈ, ਤੇ ਮੇਰੇ ਨਾ ਦਿਮਾਗ ਦੇ ਵਿੱਚ ਇਹ ਸੀਗਾ ਕਿ ਫਰੰਟ ਤੇ ਮੈਂ ਘਰ ਪਾਉਂਗਾ ਤੇ ਪਿੱਛੇ ਨਾ ਮੈਂ ਬਾਗ ਇਸ ਤਰੀਕੇ ਨਾਲ ਲਾਉਂਗਾ ਕਿ ਉਹ ਉੱਪਰੋਂ ਨਾ ਜਦੋਂ ਜਹਾਜ਼ ਲੰਘੂ ਉਹਦੇ ਉੱਪਰ ਦੀ ਤਾਂ ਉਹ ਖੰਡਾ ਦਿਸੇ। ਹਾਂ ਕਿ ਵੀ ਉਹ ਇਸ ਤਰੀਕੇ ਨਾਲ ਬਣਾਵਾਂ ਕਿ ਉਹ ਖੰਡਾ ਦਿਸੇ, ਤਾਂ ਵੀ ਉੱਪਰੋਂ ਪਤਾ ਲੱਗੇ ਕਿ ਵੀ ਹਾਂ ਉਹ ਮਤਲਬ ਖੰਡਾ ਹੈ ਨਾ। ਤੇ ਮੇਰੇ ਦਿਮਾਗ ਦੇ ਵਿੱਚ ਉਹ ਪੂਰਾ ਆਈਡੀਆ ਸੀ, ਪਰ ਉੱਥੇ ਇੱਕ ਚੀਜ਼ ਮਿਸਿੰਗ ਸੀਗੀ, ਮੈਂ ਜਿਹੜੀ ਮੇਰੇ ਬੈਕ ਆਨ ਦਿਮਾਗ ਚੱਲਦੀ ਰਹਿੰਦੀ ਸੀ। ਮੈਂ ਹਮੇਸ਼ਾ ਸੋਚਦਾ ਸੀ ਕਿ ਯਾਰ ਮੇਰੇ ਘਰੋਂ ਮੈਨੂੰ ਜਿਹੜੀ ਆਬਾਦੀ ਵੀ ਦਿਸੇ ਤੇ ਉਹਦੇ ਉੱਤਰੋਂ ਦੀ ਮੈਨੂੰ ਸਮੁੰਦਰ ਦਿਸੇ। ਤੇ ਇਹ ਤਾਂ ਮੈਂ ਇਸ ਜਗ੍ਹਾ ਦਾ ਤਾਂ ਮੈਨੂੰ ਪਤਾ ਹੀ ਨਹੀਂ ਸੀਗਾ। ਪਿਛਲੇ 15 ਸਾਲ ਤੋਂ ਮੈਂ 14-15 ਸਾਲ ਤੋਂ ਐਡੀਲੇਡ 'ਚ ਰਿਹਾ, ਮੈਨੂੰ ਪਤਾ ਹੀ ਨਹੀਂ ਸੀ ਵੀ ਇਹ ਵੀ ਟਾਊਨ ਹੈ, ਕੋਈ ਸਵਰਬ ਹੈ। ਤਾਂ ਹਿਡਨ ਟ੍ਰੇਜ਼ਰ ਸੀਗਾ, ਕੁਦਰਤੀ ਬਸ ਸਬੱਬ ਬਣਿਆ, 2-4 ਦਿਨਾਂ ਦੇ ਵਿੱਚ ਹੀ ਖਰੀਦ ਲਿਆ। ਵੈਸੇ ਹੁਣ ਤੇਰੇ ਹਿਸਾਬ ਨਾਲ ਮੋਟੀ ਜੀ ਗੱਲ ਮੈਨੂੰ ਇਹ ਸਮਝ ਆਉਂਦੀ ਹੈ, ਤੇ ਜਿੰਨਾ ਕਿ ਮੇਰਾ ਵੀ ਤਜਰਬਾ ਹੈਗਾ ਵੀ ਜਿਹੜੇ ਨਿਊ ਬਾਇਰਸ ਹੈਗੇ ਨੇ ਉਹ ਇੱਕੋ ਦਮ ਕਾਹਲੀ ਨਾ ਕਰਨ ਕਿ ਅਸੀਂ ਵੱਡੀ ਪ੍ਰਾਪਰਟੀ ਲੈ ਲਈਏ। ਨਹੀਂ, ਮੈਨੂੰ ਨਹੀਂ ਲੱਗਦਾ ਕਾਹਲੀ ਨਹੀਂ ਕਰਨੀ ਚਾਹੀਦੀ। ਔਰ ਦੇਖੋ ਸਮਾਂ ਤੁਹਾਡਾ ਹੀ ਆ, ਸਹੀ। ਸੋ ਸਟ੍ਰੈਸ 'ਚ ਹੋ ਕੇ ਕੋਈ ਚੀਜ਼ ਨਹੀਂ ਖਰੀਦਣੀ ਚਾਹੀਦੀ। ਮੈਂ ਪਿਛਲੇ ਕਿੰਨੇ 20-22 ਸਾਲ ਤੋਂ ਮੈਂ ਇੰਡੀਆ ਤੋਂ ਬਾਹਰ ਹਾਂ, ਤੇ ਰਾਈਟ ਨਾਓ ਜੇ ਅਸੀਂ ਦੋਨੋਂ ਜੌਬਲੈਸ ਵੀ ਹੋ ਜਾਂਦੇ ਆ ਤਾਂ ਵੀ ਅਸੀਂ ਮਤਲਬ ਬਿਜ਼ਨਸ ਦੇ ਵਿੱਚ ਇਨਵੋਲਵ, ਅਸੀਂ ਬਿਜ਼ਨਸ ਛੱਡ ਵੀ ਦਿੰਦੇ, ਜੌਬ ਕਰਨ ਲੱਗ ਜਾਂਦੇ। ਇੱਕ ਬੰਦਾ ਜੌਬ ਕਰਦਾ ਤਾਂ ਵੀ ਅਸੀਂ ਇਸ ਘਰ ਨੂੰ ਅਫੋਰਡ ਕਰ ਸਕਦੇ ਹਾਂ। ਸਹੀ ਹੈ। ਸੋ ਮੀਨਸ ਬੈਕ ਐਂਡ ਤੇ ਬਾਹਰ ਦਿਖਾਉਣ ਵਾਸਤੇ ਕੋਈ ਸਟ੍ਰੈਸ ਨਹੀਂ ਹੈ ਦਿਮਾਗ ਦੇ ਉੱਪਰ। ਸੋ ਉਹ ਇੱਕ ਪੀਸ ਆਫ ਮਾਈਂਡ ਆ, ਫਿਰ ਤੁਸੀਂ ਉਸ ਨੂੰ ਇੰਜੋਏ ਵੀ ਕਰ ਸਕਦੇ ਹੋ। ਇੱਥੇ ਤੂੰ ਇੱਕ ਹੋਰ ਪੱਖ ਸੋਚਿਆ ਹੈਗਾ ਵੀ ਜਿਵੇਂ ਆਪਾਂ ਕਹਿੰਦੇ ਕਿ ਬੱਚਿਆਂ ਦੇ ਨਾਲ ਕੋਈ ਹਾਣ ਹੋਵੇ, ਹੁਣ ਨਿਆਣੇ ਘਰੇ ਇਕੱਲੇ ਰਹਿ ਜਾਂਦੇ ਨੇ ਤੇ ਸਕੂਲ ਵੀ ਇੱਥੋਂ ਕਾਫੀ ਦੂਰ ਹੈਗਾ, ਸਕੂਲ ਨੂੰ ਕਿਵੇਂ ਮੈਨੇਜ ਕਰਦੇ ਹੋ ਤੇ ਫਿਰ ਨਿਆਣਿਆਂ ਦਾ ਕੀ ਤੇਰੀ ਸਾਰੀਆਂ ਪਲੈਨਿੰਗ ਚੀਜ਼ਾਂ ਹੈ? ਸੋਚੀਆਂ ਸੀ, ਬਹੁਤ ਛੋਟੀ ਹੈ ਜੇ। ਬਹੁਤ ਸਾਰੀਆਂ ਚੀਜ਼ਾਂ ਅਸੀਂ ਹਰ ਇੱਕ ਛੋਟੀ ਚੀਜ਼ ਸੋਚੀ ਆ। ਬੇਟਾ ਮੇਰਾ 4th ਕਲਾਸ ਦੇ ਵਿੱਚ ਪੜ੍ਹਦਾ, ਔਰ ਉਹ ਸਾਡੇ ਵਰਕ ਜਿੱਧਰ ਜਾਂਦੇ ਅਸੀਂ ਕੰਮ ਤੇ ਉਹ ਰਾਹ ਦੇ ਵਿੱਚ ਹੀ ਆਉਂਦਾ ਸਕੂਲ, ਤੇ ਉਸ ਸਕੂਲ ਦੇ ਵਿੱਚ ਜਾਂਦੇ ਅਸੀਂ ਡ੍ਰੌਪ ਕਰ ਦਿੰਦੇ ਆ। ਮੇਰੇ ਜਿਹੜੇ ਵਾਈਫ ਨੇਗੇ ਉਹ ਉਹਨੂੰ ਡ੍ਰੌਪ ਕਰਿਆ ਆਉਂਦੇ, ਪਿਕ ਕਰ ਲੈਂਦੇ ਆ। ਤੇ ਅਸੀਂ ਜਦੋਂ ਬੱਚੇ ਸਕੂਲ ਦੇ ਵਿੱਚ ਲਾਏ ਸੀਗੇ, ਇਹ ਚੀਜ਼ ਮੈਂ ਨਾ ਇਰਾਨੀਅਨ ਔਰ ਮਿਡਲ ਈਸਟਰਨ ਕਮਿਊਨਿਟੀ ਤੋਂ ਸਿੱਖੀ ਆ। ਸੋ ਅਸੀਂ 4-5 ਪਰਿਵਾਰਾਂ ਨੇ ਇਕੱਠੇ ਹੋ ਕੇ ਉੱਥੇ ਬੱਚੇ ਲਾਤੇ ਸੀਗੇ, ਤੇ ਸਾਡੇ ਚੋਂ ਇੱਕ ਜਣਾ ਪਰਿਵਾਰ ਬੰਦਾ ਛੱਡਿਆ ਆਉਂਦਾਗਾ ਤੇ ਦੂਜਾ ਸਾਰਿਆਂ ਨੂੰ ਲੈ ਆਉਂਦਾ। ਠੀਕ ਹੈ। ਸੋ ਉਹਦੇ 'ਚ ਕੀ ਹੈਗਾ, ਇੱਕ ਗੇੜਾ ਸਾਡਾ ਬਚ ਜਾਂਦਾਗਾ। ਸੋ ਉਹ ਕੋਆਰਡੀਨੇਸ਼ਨ ਰੱਖਣੀ ਹੁੰਦੀ ਆ, ਥੋੜਾ ਸਹਿਚਾਰ ਵੀ ਰੱਖਣਾ ਹੁੰਦਾ, ਇੱਕ ਦੂਜੇ ਨੂੰ ਇਗਨੋਰ ਵੀ ਕਰਨਾ ਹੁੰਦਾ, ਉੱਚਾ ਨੀਵਾਂ ਹੁੰਦਾਗਾ ਸੁਭਾਅ ਹਰ ਇੱਕ ਦਾ, ਹਨਾ। ਸੋ ਸਾਰੀਆਂ ਚੀਜ਼ਾਂ ਜਦੋਂ ਤੁਸੀਂ ਉਸ ਤਰੀਕੇ ਨਾਲ ਮੇਨਟੇਨ ਕਰੋ। ਅੱਗੇ ਹੁਣ ਜਿਹੜਾ ਇਹ ਹੈਗਾ ਕਿ ਸਾਡੇ ਇੱਧਰ ਦੂਸਰੇ ਪਾਸੇ ਗੋਲਰ ਹੈ ਸਿਟੀ, ਜਿਹੜੀ ਇੱਥੋਂ 10-15 ਕਿਲੋਮੀਟਰ ਦੂਰ ਪੈਂਦੀ ਹੈ ਸਾਨੂੰ, ਤੇ ਉਸ ਸਿਟੀ ਦੇ ਵਿੱਚ ਉਹਨਾਂ ਦੀ ਬੱਸ ਸਰਵਿਸ ਆ ਸਕੂਲ ਦੀ। ਜਦੋਂ ਹਾਇਰ ਐਜੂਕੇਸ਼ਨ ਵਾਸਤੇ ਜਾਣਾ ਬੱਚੇ ਨੇ ਤਾਂ ਉਹਨੂੰ ਹੁਣ ਵੀ ਉੱਥੇ ਲਾ ਸਕਦੇ ਆ, ਪਰ ਮੇਰੇ ਖਿਆਲ ਉੱਥੇ ਉਹਦੀ ਜਿੱਥੇ ਉਹ ਜਾ ਰਿਹਾ ਹੁਣ ਸਕੂਲ ਦੇ ਵਿੱਚ ਉਹਦੀ ਚੰਗੀ ਬਾਉਂਡੇਸ਼ਨ ਆ, ਔਰ ਦੋਸਤ ਚੰਗੇ ਨੇ, ਔਰ ਬਹੁਤ ਵਧੀਆ ਲਰਨਿੰਗ ਉਹਨੂੰ ਮਿਲ ਰਹੀ ਆ। ਕਿਤਾਬਾਂ ਤੋਂ ਇਲਾਵਾ ਜਿਹੜੀ ਲਾਈਫ ਸਟਾਈਲ ਕਿੱਦਾਂ ਦਾ ਹੋਣਾ ਚਾਹੀਦਾ, ਇੰਡੀਪੈਂਡੈਂਸ ਕਿੱਦਾਂ ਦੀ ਹੋਣੀ ਚਾਹੀਦੀ ਆ, ਮੋਰ ਥਿਓਰੀ ਨਾਲੋਂ ਪ੍ਰੈਕਟੀਕਲ ਜਿਹੜੀ ਕੁਆਲੀਫਿਕੇਸ਼ਨ ਦੇ ਉੱਪਰ ਧਿਆਨ ਦਿੰਦੇ ਨੇ। ਅਸੀਂ ਕਾਫੀ ਸੈਟੀਸਫਾਈ ਆ ਉਸ ਐਜੂਕੇਸ਼ਨ ਤੋਂ। ਬਾਕੀ ਰਹੀ ਛੋਟੀ ਬੱਚੀ ਦੀ ਗੱਲ, ਉਹ ਮੈਂ ਇੱਥੇ ਤੁਰਿਆ ਫਿਰਦਾ 15,000 ਸਟੈਪ ਤੈਅ ਕਰ ਲੈਣਾ ਇਸ ਘਰ ਦੇ ਵਿੱਚ, ਤੇ ਉਹ ਬੱਚੀ ਰੋਜ਼ ਦੇ ਜੇ ਘੱਟੋ ਘੱਟ ਨਾ ਕਰਦੀ ਤੁਰੀ ਫਿਰਦੀ 10,000 ਸਟੈਪ ਇਸ ਉਮਰ ਦੇ ਵਿੱਚ 16-17 ਮਹੀਨੇ ਦੀ ਉਮਰ 'ਚ ਕਰਦੀ ਆ। ਤਾਂ ਸੋ ਯੂ ਕੈਨ ਇਮੇਜਿਨ ਆਲੇ ਦੁਆਲੇ ਅੱਜ ਜਿੱਦਾਂ ਤੁਸੀਂ ਦੇਖਿਆ ਘੋੜੇ ਨੇਗੇ, ਹੋਰ ਕੁੱਤੇ ਵੇਲੇ ਆਲੇ ਦੁਆਲੇ ਜਿਹੜਾ ਇਨਵਾਇਰਨਮੈਂਟ ਉਹ ਆ ਜਿਹੜਾ ਕਾਉਂਟਰੀ ਸਾਈਡ ਦਾ ਹੁੰਦਾ, ਤਾਂ ਉਹਦੇ ਵਿੱਚ ਜਦੋਂ ਬੱਚਾ ਵੱਡਾ ਹੁੰਦਾ ਤਾਂ ਉਹ ਮੈਨੂੰ ਲੱਗਦਾ ਪੰਜਾਬ 'ਚ ਜਾ ਕੇ ਵੀ ਥੋੜਾ ਬਗਾਨਾ ਮਹਿਸੂਸ ਨਹੀਂ ਕਰੂਗਾ, ਤੇ ਸਾਨੂੰ ਵੀ ਕਿਤੇ ਨਾ ਕਿਤੇ ਪੰਜਾਬ ਵੀ ਨਾਲ ਦੀ ਨਾਲ ਲੱਗਦਾ ਕਿ ਪੰਜਾਬ ਵੀ ਇੱਥੇ ਆ। ਸੋ ਉਹ ਸਾਰੀਆਂ ਚੀਜ਼ਾਂ ਦਾ ਸਵਾਦ ਆ ਜਿਹੜਾ ਲੈ ਰਹੇ ਹਾਂ ਅਸੀਂ ਨਾਲ ਦੇ। ਠੀਕ ਹੈ। ਤੇ ਇਹ ਜਿਵੇਂ ਸਿਟੀ ਇਲਾਕੇ ਦੇ ਵਿੱਚ ਕੋਈ ਵੀ ਘਰ 'ਚ ਮੋਡੀਫਿਕੇਸ਼ਨ ਕਰਾਉਣੀ ਹੈਗੀ ਆ, ਕੋਈ ਨਵਾਂ ਕਮਰਾ ਪਾਉਣਾ, ਆਪਾਂ ਨੂੰ ਕੌਂਸਲ ਦੀ ਪਰਮਿਸ਼ਨ ਦੀ ਲੋੜ ਪੈਂਦੀ ਹੈ। ਇੱਥੇ ਵੀ ਇਹੀ ਸਿਸਟਮ ਹਾਂ ਸੇਮ। ਮੈਂ ਇਨਫੈਕਟ ਲਾਸਟ ਨਾਈਟ ਹੀ ਵੈਬਸਾਈਟ ਤੇ ਵਿਜ਼ਿਟ ਕਰਕੇ ਹਟਿਆ, ਕਾਫੀ ਸਾਰੀਆਂ ਚੀਜ਼ਾਂ ਮੇਰੇ ਪਲਾਨ ਦੇ ਵਿੱਚ ਨੇ ਮੋਡੀਫਿਕੇਸ਼ਨ ਦੀਆਂ ਇੱਥੇ ਇਸ ਘਰ ਦੇ ਵਿੱਚ, ਜਿਸ ਮੈਂ ਆਪਣੇ ਤਰੀਕੇ ਨਾਲ ਕਰਨਾ ਚਾਹੁੰਦਾ। ਤਾਂ ਉਹ ਫਿਰ ਮੈਂ ਲਿਸਟ ਬਣਾ ਰਿਹਾ ਸੀਗਾ ਵੀ ਇੱਕ ਵਾਰੀ ਹੀ ਸਬਮਿਸ਼ਨ ਕਰ ਦਿੱਤੀ ਜਾਵੇ ਉਹ ਐਪਲੀਕੇਸ਼ਨ। ਪਰ ਹਾਂ ਸਾਡਾ ਟੀਟਰੀ ਗਲੀ ਜਿਹੜੀ ਕੌਂਸਲ ਆ ਉਹਦੇ ਅੰਦਰ ਆਉਂਦਾ ਹੈ ਘਰ, ਤੇ ਉੱਥੇ ਕਰਾਂਗੇ ਸਬਮਿਟ ਐਪਲੀਕੇਸ਼ਨ। ਆਫ ਕੋਰਸ ਸਾਰਾ ਸੇਮ ਪ੍ਰੋਸੈਸ ਹੈ ਜੀ। ਇੱਥੇ ਤੁਸੀਂ ਕੁਝ ਰੱਖੇ ਹੋਏ ਨੇ ਬਰਡ ਵਗੈਰਾ ਵੀ, ਉਹ ਵੀ ਆਪਾਂ ਵੇਖੀਏ? ਹਾਂ, ਇਹ ਜਿਹੜੇ ਬਰਡਸ ਨੇ ਜੇ ਮੈਂ ਤੁਹਾਨੂੰ ਦਿਖਾਵਾਂ, ਇੱਥੇ ਅਸੀਂ ਕਬੂਤਰੇ, ਇਹ ਅਸਲ ਦੇ ਵਿੱਚ ਸਾਨੂੰ ਨਾਲ ਹੀ ਵਿਰਾਸਤ 'ਚ ਮਿਲ ਗਿਆ, ਤੇ ਅਸੀਂ ਉਹਨਾਂ ਨੂੰ ਕਿਹਾ ਵੀ ਰਹਿਣ ਦਿਓ, ਇਹ ਵਧੀਆ ਨੇ ਸਾਡੇ, ਮਤਲਬ
ਹਰ ਤਰ੍ਹਾਂ ਦੇ ਨੇ ਇਹ ਬੱਚੇ ਇਹਨਾਂ ਦੇ ਹੈ ਅੰਦਰ ਬੱਚੇ ਵੀ ਛੋਟੇ ਛੋਟੇ ਅੱਛਾ ਤੇ ਓਪਨ ਨੇ ਇਹ ਇਹਨਾਂ ਦਾ ਰਸਤਾ ਜਿਹੜਾ ਅਸੀਂ ਇਹਨਾਂ ਨੂੰ ਬੰਦ ਨਹੀਂ ਕੀਤਾ ਹੋਇਆ ਓਕੇ ਸੋ ਬੱਚੇ ਇਹਨਾਂ ਨਾਲ ਆ ਕੇ ਖੇਡ ਜਾਂਦੇ ਆ ਅਸੀਂ ਵੀ ਬਹਿ ਕੇ ਥੋੜਾ ਜਿਹਾ ਸਟ੍ਰੈਸ ਰਿਲੀਵ ਲਈ ਬਹੁਤ ਚੰਗੀ ਚੀਜ਼ ਆ ਸੋ ਇਹਨਾਂ ਨਾਲ ਗੱਲਾਂ ਬਾਤਾਂ ਕਰ ਲੈਂਦੀ ਆ ਬਹੁਤ ਪਿਆਰ ਦਿੰਦੇ ਨੇ ਇਹ ਤੇ ਕਿੰਨੇ ਕਬੂਤਰ ਹਾਂ ਇਹ ਕਦੇ ਗਿਣੇ ਹੀ ਨਹੀਂ ਹੈ ਵੱਧਦੇ ਘਟਦੇ ਰਹਿੰਦੇ ਆ ਬਿਕੋਜ਼ ਇਹ ਅੰਦਰ ਬੰਦ ਹੀ ਨਹੀਂ ਹੈ ਪੱਕੇ ਅੱਛਾ ਤੇ ਬਾਹਰ ਰਸਤਾ ਇਹਨਾਂ ਦਾ ਆਪਣੀ ਕਡੋਰ ਆ ਸੋ ਮੁਰਗੇ ਹੈਗੇ ਮੁਰਗੇ ਅੱਜ ਹੀ ਆ ਜਿਵੇਂ ਉਹਨਾਂ ਨੂੰ ਬਾਹਰ ਛੱਡਿਆ ਅੱਛਾ ਤੇ ਪਹਿਲਾਂ ਉਹ ਅੰਦਰ ਸੀਗੇ ਉਹ ਗਵਾਂਢੀਆਂ ਦੇ ਵਿੱਚ ਚੱਲ ਜਾਂਦੇ ਸੀ ਫੈਂਸ ਟੱਪ ਕੇ ਓਕੇ ਤੇ ਫਿਰ ਉਹ ਮੈਂ ਵੀਡੀਓ ਵਾਚ ਕੀਤੀਆਂ ਅੰਡਰਸਟੈਂਡ ਕੀਤਾ ਕਿ ਉਹਨਾਂ ਦੇ ਖੰਭ ਕੱਟਣੇ ਹੁੰਦੇ ਆ ਥੋੜੇ ਜਿਹੇ ਤਾਂ ਉਹ ਉੱਚੀ ਡਾਰੀ ਨਾ ਮਾਰ ਸਕਣ ਅੱਛਾ ਸੋ ਉਹਨਾਂ ਨੂੰ ਆਜ਼ਾਦ ਕੀਤਾ ਹੁਣ ਉਹ ਥੋੜਾ ਬਾਹਰ ਖੇਡਣਗੇ ਥੋੜਾ ਬਹੁਤਾ ਇਹਨਾਂ ਦਾ ਸੌਣਗਾ ਇੱਥੇ ਬਣੀ ਹੋਈ ਇਧਰ ਇੱਕ ਕੁੰਜੇ ਦੇ ਵਿੱਚ ਅਸੀਂ ਬਣਾਇਆ ਹੋਇਆ ਛੋਟਾ ਜਿਹਾ ਹਾਂ ਤੇ ਇਹਦੇ ਅੰਦਰ ਇੱਕ ਛੋਟੇ ਛੋਟੇ ਖੁੱਡੇ ਨੇ ਇਹਨਾਂ ਦੇ ਤੇ ਇਹਦੇ ਵਿੱਚ ਆਂਡੇ ਪਏ ਹੋਣੇ ਆ ਬੱਚੇ ਵੀ ਹੋਣੇ ਆ ਸ਼ਾਇਦ ਅੱਛਾ ਤੇ ਉਹ ਰਾਤ ਨੂੰ ਇਹਦੇ ਵਿੱਚ ਆ ਕੇ ਬਹਿੰਦੇ ਆ ਇਹ ਸਾਰੇ ਸੋ ਸੇਫ ਹੈ ਇਹਨਾਂ ਲਈ ਸੋ ਫੋਕਸ ਵਗੈਰਾ ਆ ਜਾਂਦੀ ਹੈ ਕਈ ਵਾਰੀ ਪਰ ਇੱਥੇ ਨਹੀਂ ਵੜਦੀ ਇਹਦੇ ਅੰਦਰ ਪਿੱਛੇ ਰੱਖੇ ਹੋਏ ਨੇ ਛੋਟੇ ਛੋਟੇ ਅੱਛਾ ਫੌਕਸ ਵਗੈਰਾ ਵੀ ਆਉਂਦੀ ਇੱਥੇ ਹਾਂ ਉਹ ਇੱਥੇ ਹੁੰਦੀ ਆ ਓਕੇ ਰਾਤ ਨੂੰ ਠੀਕ ਹੈ ਤੇ ਇੱਥੇ ਤਾਂ ਤੁਸੀਂ ਮਤਲਬ ਜਿੰਨਾ ਕੁ ਥਾਂ ਹੈਗਾ ਤੁਸੀਂ ਜਿੰਨੇ ਮਰਜ਼ੀ ਆਪਣੇ ਦਰਖਤ ਵਗੈਰਾ ਲਾਈ ਚੱਲੋ ਇੱਥੇ ਹੈ ਕਾਫੀ ਸਾਰਾ ਮੈਨੂੰ ਲੱਗਦਾ ਵੀ ਅਗਲੇ 5 ਸਾਲਾਂ ਦੇ ਵਿੱਚ ਮੈਂ ਕਾਫੀ ਸਾਰੀਆਂ ਚੀਜ਼ਾਂ ਇੱਥੇ ਕਰਨੀਆਂ ਨੇ ਡਿਜ਼ਾਈਨ ਜਿਹੜੀਆਂ ਮੇਰੇ ਦਿਮਾਗ ਦੇ ਵਿੱਚ ਨਕਸ਼ਾ ਬਣਿਆ ਹੋਇਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਉੱਪਰ ਕੰਮ ਕਰਾਂਗੇ ਠੀਕ ਹੈ ਸੋ ਇਹ ਜਿਹੜਾ ਏਰੀਆ ਹੈਗਾ ਸਾਰਾ ਇਹ ਕਾਫੀ ਏਰੀਆ ਇਹਨੂੰ ਮੈਂ ਬਹੁਤ ਵਧੀਆ ਤਰੀਕੇ ਨਾਲ ਡਿਵੈਲਪ ਕਰਨ ਦੇ ਉਹਦੇ ਵਿੱਚ ਮੂਡ ਦੇ ਵਿੱਚ ਰਾਈਟ ਸੋ ਵਾਟਰ ਪਾਉਂਡ ਬਣਾ ਕੇ ਆਲੇ ਦੁਆਲੇ ਇੱਕ ਜਿਹੜੀ ਸ਼ੇਡ ਬਣਾ ਕੇ ਤੇ ਥੱਲੇ ਬਾਰਬੀਕਿਊ ਦਾ ਵਗੈਰਾ ਸੈਟਅਪ ਕਰਕੇ ਤੇ ਆਲੇ ਦੁਆਲੇ ਸਾਰੇ ਇੱਕ ਵੀ ਸ਼ੇਪ ਦੇ ਵਿੱਚ ਟਰੀ ਲਾਉਣੇ ਨੇ ਜਿਹੜੇ ਅਲੱਗ-ਅਲੱਗ ਫਰੂਟਸ ਹੋਣਗੇ ਸੋ ਜਦੋਂ ਬੰਦਾ ਉੱਥੇ ਉਸ ਕਾਰਨਰ ਦੇ ਉੱਪਰ ਖੜ ਕੇ ਬਾਰਬੀਕਿਊ ਕਰਦੇ ਨੇ ਜਾਂ ਬੈਠੇ ਆ ਅਸੀਂ ਪਾਰਟੀ ਸ਼ਾਰਟੀ ਕਰਦੇ ਆ ਤਾਂ ਇੱਕ ਤਾਂ ਉਹ ਸਾਰੇ ਅਲੱਗ-ਅਲੱਗ ਤਰ੍ਹਾਂ ਦੇ ਟਰੀ ਨੇ ਇੱਕ ਤੁਹਾਨੂੰ ਪਤਾ ਆਸਟ੍ਰੇਲੀਆ ਦੇ ਵਿੱਚ ਕੁਝ ਐਦਾਂ ਦੇ ਟਰੀ ਵੀ ਹੈਗੇ ਨੇ ਜਿਹੜੇ ਟਰੀ ਐਕਚੁਅਲੀ ਫੁੱਲਾਂ ਵਰਗੇ ਨੇ ਹਾਂ ਹੈਂਡਰੂਫ ਜਿਹੜੇ ਤੁਸੀਂ ਜਾ ਕੇ ਦੇਖਦੇ ਹੋ ਨਾ ਹੈਨਾ ਉਦਾਂ ਦੇ ਟਰੀ ਮੈਂ ਇੱਥੇ ਪਲਾਂਟ ਕਰਨ ਨੂੰ ਫਿਰਦਾ ਤੇ ਇਹ ਜਿਹੜੀ ਜਗ੍ਹਾ ਜੇ ਤੁਸੀਂ ਇੱਥੇ ਖੜ ਕੇ ਦੇਖੋ ਤੇ ਇੱਥੇ ਜਿਹੜਾ ਵਿਊ ਉਧਰ ਦੇਖੋ ਤੁਸੀਂ ਤਾਂ ਉਹ ਅਮੇਜ਼ਿੰਗ ਵਿਊ ਹੈ ਇੱਥੋਂ ਬਿਲਕੁਲ ਜੀ ਸੋ ਜਿਵੇਂ ਇੰਡੀਆ 'ਚ ਕਹਿੰਦੇ ਆ ਵੀ ਇੰਨੇ ਕਿੱਲੇ ਦਾ ਮਾਲਕ ਹੈ ਤੇ ਹੁਣ ਆਪਾਂ ਕੀ ਕਹੀਏ ਵੀ ਕਿੱਥੋਂ ਲੈ ਕੇ ਕਿੱਥੋਂ ਤੱਕ ਹੈ ਨਹੀਂ ਉਹ ਤਾਂ ਨਹੀਂ ਗੱਲ ਹੈਗੀ ਕਿ ਵੀ ਜਿੱਥੇ ਤੱਕ ਨਜ਼ਰ ਜਾਂਦੀ ਵਾਲੀ ਗੱਲ ਬਟ ਇਹ ਆ ਵੀ ਉਹ ਦੂਜੇ ਪਾਸੇ ਜਿਹੜੀ ਰੋਡ ਜਾਂਦਾਗਾ ਉੱਥੇ ਤੱਕ ਹੈ 10 ਏਕੜ ਨੇ ਜੀ ਇਹ ਟੋਟਲ ਅੱਛਾ ਉਹ ਦੂਜੇ ਪਾਸੇ ਇੱਕ ਪਹਾੜੀ ਦਾ ਢਿੱਡ ਜਿਹੜਾ ਉਹ ਆਪਣਾ ਅੱਛਾ ਤੇ ਬਾਕੀ ਮਿਨੀਮਮ 10 ਏਕੜ ਇੱਥੇ ਹੈਗੇ ਹੀ ਨੇਗੇ ਰਿਕੁਆਇਰਮੈਂਟ ਆ ਕੌਂਸਲ ਦੀ ਓਕੇ ਸੋ 10 ਏਕੜ ਪਿੱਛੇ ਇੱਕ ਘਰ ਬਣ ਸਕਦਾ ਤੇ ਅੱਛਾ ਘਰ ਬਣਾ ਸਕਦੇ ਆਪਾਂ ਹੋਰ ਮਤਲਬ ਜਿੱਥੇ ਪਹਾੜੀ ਤੇ ਸੇਫ ਹੋਵੇ ਜੇ 10 ਏਕੜ ਤੁਹਾਡੇ ਕੋਲ ਲੈਂਡ ਹੈ ਤਾਂ ਇੱਕ ਘਰ ਬਣਾ ਸਕਦੇ ਹੋ ਜੇ 20 ਏਕੜ ਆ ਤਾਂ 2 ਘਰ ਤੁਸੀਂ ਚਾਹੇ ਇਕੱਠੇ ਬਣਾਓ ਓਕੇ ਤਾਂ 20 ਏਕੜ ਦੇ ਵਿੱਚ 2 ਘਰ ਬਣਾ ਸਕਦੇ ਹੋ ਠੀਕ ਹੈ ਮਿਨੀਮਮ ਰਿਕੁਆਇਰਮੈਂਟ 3 ਏਕੜ ਆ ਹਿੱਲ ਫਰੰਟ ਇਹਨੂੰ ਕਹਿੰਦੇ ਨੇ ਇੱਥੇ ਟਾਈਟਲ ਆ ਜਿਹੜਾ ਸੋ ਉਸ ਤਰੀਕੇ ਨਾਲ ਸੋ ਇਹ ਜਿਹੜੀ ਜਗ੍ਹਾ ਜਿੱਥੇ ਆਪਾਂ ਖੜੇ ਆ ਹੁਣ ਇੱਥੋਂ ਬੈਸਟ ਵਿਊ ਦਿੰਦਾ ਔਰ ਇਨਫੈਕਟ ਇਨ ਗਰਮੀਆਂ ਦੇ ਵਿੱਚ ਵੀ ਸੋਹਣਾ ਵਿਊ ਹੁੰਦਾ ਵਿਊ ਬੜਾ ਘੈਂਟ ਹੈ ਯਾਰ ਇੱਥੋਂ ਤਾਂ ਸੋ ਇਹ ਇੱਥੋਂ ਇੱਧਰ ਜਦੋਂ ਇਹ ਰੋਡ ਜਾਂਦਾ ਇੱਕ ਨਾਲ ਉਹ ਰੋਡ ਤੇ ਜਦੋਂ ਅਸੀਂ ਅੱਗੇ ਜਾਂਦੇ ਆਗੇ ਤਾਂ ਅੱਗੇ ਕਾਫੀ ਸਾਰਾ ਇਨਰ ਜਿਹੜਾ ਥੱਲੇ ਪਹਾੜੀ ਦੇ ਵਿੱਚ ਵਿਊ ਆ ਉਹ ਬਹੁਤ ਸੋਹਣੇ ਵਿਊ ਨੇ ਸੋ ਸਵੇਰੇ ਰੋਜ਼ 2-4 ਕਿਲੋਮੀਟਰ ਮੇਰੇ ਖਿਆਲ ਦੇ ਵਿੱਚ 5-6 ਕਿਲੋਮੀਟਰ ਰੋਜ਼ ਦਾ ਮੇਰਾ ਵਾਕ ਹੋ ਜਾਂਦਾ ਸਵੇਰੇ ਉੱਠ ਕੇ ਸੋ ਹੈਲਥ ਵੀ ਠੀਕ ਰਹਿੰਦੀ ਆ ਤੇ ਰੂਹ ਵੀ ਖੁਸ਼ ਰਹਿੰਦੀ ਆ ਸਹੀ ਇੱਥੇ ਕੋਈ ਬਿਜਲੀ ਦੀ ਪਾਣੀ ਦੀ ਕੋਈ ਹੋਰ ਸਮੱਸਿਆ ਕਿਸੇ ਕਿਸਮ ਦੀ ਜਿਵੇਂ ਹੁਣ ਬਿਲਕੁਲ ਹੀ ਜੁਦਾ ਇਲਾਕੇ ਚੋਂ ਤੁਸੀਂ ਬੈਠੇ ਹੋ ਹਾਂ ਮਤਲਬ ਇੱਥੇ ਸਾਨੂੰ ਬੈਠਿਆਂ ਨੂੰ ਇਹ ਤਾਂ ਲੱਗਦਾ ਹੀ ਨਹੀਂ ਹੈਗਾ ਵੀ ਅਸੀਂ ਆਸਟ੍ਰੇਲੀਆ 'ਚ ਹਾਂ ਤੇ ਜਦੋਂ ਮੇਨ ਨਾਰਥ ਰੋਡ ਨੂੰ ਹਿੱਟ ਕਰੀਦਾਗਾ ਫਿਰ ਪਤਾ ਲੱਗਦਾ ਵੀ ਯਾਰ ਅਸੀਂ ਤਾਂ ਆਸਟ੍ਰੇਲੀਆ 'ਚ ਰਹਿੰਦੇ ਹਾਂ ਸੋ ਇੱਥੇ ਨਾ ਤਾਂ ਕੋਈ ਬਾਹਰੋਂ ਆਵਾਜ਼ ਆਉਂਦੀ ਆ ਸਾਰੀ ਆਪਣੀ ਦੁਨੀਆ ਜੀ ਆ ਤੇ ਬਟ ਹਾਂ ਪਾਣੀ ਦੀ ਕੋਈ ਸਮੱਸਿਆ ਨਹੀਂ ਹੈਗੀ ਪਾਣੀ ਪ੍ਰੋਵਾਈਡ ਕਰਾਇਆ ਹੋਇਆ ਤੇ ਆ 3-4 ਟੈਂਕ ਵੀ ਹੈਗੇ ਸਾਡੇ ਜਿਹੜਾ ਰੇਨ ਵਾਟਰ ਨੂੰ ਅਸੀਂ ਕਲੈਕਟ ਕਰਦੇ ਆ ਉਹੀ ਮੈਂ ਤੁਹਾਡੇ ਆਉਣ ਤੋਂ ਪਹਿਲਾਂ ਲੱਗਿਆ ਹੋਇਆ ਸੀ ਬਿਜਲੀ ਦੀਆਂ ਤਾਰਾਂ ਤੁਰਾਂ ਸੈੱਟ ਕਰਨ ਤੇ ਉਹਦੇ ਵਾਸਤੇ ਤੇ ਪਲੱਸ ਬਿਜਲੀ ਦੀ ਕੋਈ ਪ੍ਰੋਬਲਮ ਨਹੀਂ ਹੈ ਉਹ ਲੱਗੇ ਹੋਏ ਨੇ ਕਿ ਸਾਡੇ ਦੂਸਰੇ ਸੋਲਰ ਪੈਨਲ ਵੀ ਸੋ ਬਿਜਲੀ ਵਾਲੀ ਸਾਈਡ ਤੋਂ ਵੀ ਕੋਈ ਪ੍ਰੋਬਲਮ ਨਹੀਂ ਹੈ ਜਿਹੜਾ ਸੀਵਰ ਸਿਸਟਮ ਆ ਉਹ ਨਹੀਂ ਹੈ ਉੱਥੇ ਸੈਪਟਿਕ ਟੈਂਕ ਲੱਗੇ ਹੋਏ ਨੇ ਜਿੱਦਾਂ ਇੰਡੀਆ ਦੇ ਵਿੱਚ ਹੁੰਦੇ ਆਪਣੇ ਪਿੰਡਾਂ ਦੇ ਵਿੱਚ ਸੋ ਉਹ ਆਫ ਕੋਰਸ ਮਹੀਨੇ ਕੁ ਬਾਅਦ ਉਹਦਾ ਪਾਣੀ ਪੂਣੀ ਡਰੇਨ ਆਊਟ ਕਰਨਾ ਹੁੰਦਾਗਾ ਸੁੱਚੀ ਦੱਬਣੀ ਹੈ ਜੀ ਉਹ ਸਾਰੀ ਮੋਟਰਾਂ ਲੱਗੀਆਂ ਹੋਈਆਂ ਨੇ ਤੇ ਬਾਕੀ ਮੇਰੇ ਖਿਆਲ ਦੇ ਵਿੱਚ ਨਾਰਮਲੀ ਆ ਸਾਰਾ ਕੁਝ ਉਹ ਸਾਰਾ ਕੁਝ ਹੀ ਆ ਜੋ ਟਾਊਨ ਦੇ ਵਿੱਚ ਮਿਲਦਾ ਸਾਨੂੰ
ਬਸ ਰੌਲਾ ਨਹੀਂ ਮਿਲਦਾ ਉਦਾਂ ਦਾ ਇੱਥੇ। ਠੀਕ ਹੈ। ਜਿਹੜਾ ਰਾਤ ਨੂੰ ਅਸੀਂ ਕਈ ਵਾਰੀ ਕੁਝ ਦਿਨ ਪਹਿਲਾਂ ਹੀ ਗੱਲ ਕਰ ਰਹੇ ਸੀ ਮੈਂ ਤੇ ਮੇਰੇ ਵਾਈਫ ਕਿ ਯਾਰ ਇੱਥੇ ਬਾਹਲੀ ਜ਼ਿਆਦਾ ਸ਼ਾਂਤੀ ਨਹੀਂ ਹੈਗੀ। ਮੈਂ ਕਿਹਾ ਵੀ ਕਿਉਂ? ਕਹਿੰਦੇ ਜਿਹੜੇ ਉਹ ਟਾਇਰ ਚੱਲਣ ਦੀ ਆਵਾਜ਼ ਸੁਣਦੀ ਹੁੰਦੀ ਸੀ ਹਾਂ ਵੀ ਉਹ ਨਹੀਂ ਸੁਣਦੀ। ਹਾਂ ਮੈਂ ਕਿਹਾ ਵੀ ਉਹ ਚੰਗੀ ਗੱਲ ਆ। ਕਹਿੰਦੇ ਵੀ ਇਹ ਸੁਣੀ ਇੰਨੀ ਜ਼ਿਆਦਾ ਲਈ ਅਸੀਂ ਕਿ ਵੀ ਹੁਣ ਉਹਦੇ ਬਿਨਾਂ ਵੀ ਫੀਲ ਹੁੰਦਾ ਕਿ ਸਮਥਿੰਗ ਇਜ਼ ਮਿਸਿੰਗ। ਠੀਕ। ਇੱਥੇ ਇਕੱਲੇ ਨੂੰ ਡਰ ਨਹੀਂ ਲੱਗਦਾ? ਲੱਗਿਆ 1-2 ਦਿਨ ਸਾਨੂੰ ਸ਼ੁਰੂ ਦੇ ਵਿੱਚ, ਹਾਂ ਬਟ ਮੈਨੂੰ ਇਹ ਲੱਗਦਾ ਵੀ ਹੌਲੀ ਹੌਲੀ ਹੁਣ ਅਸੀਂ ਨਾਰਮਲ ਹੋ ਗਏ। ਹੁਣ ਸਾਨੂੰ ਹਰ ਚੀਜ਼ ਆਪਣੀ ਜੀ ਲੱਗਣ ਲੱਗ ਗਈ ਹਾਂ ਹਾਂ ਤੇ ਮੇਰ ਜੀ ਹੋਣ ਲੱਗੀ। ਰਾਤ ਜਿੱਦਾਂ ਰਾਤ ਦੀ ਗੱਲ ਆ, ਉਹ ਗੁਆਂਢੀਆਂ ਦੇ ਕੁਝ ਖੜਕਾ ਦੜਕੀ ਜੀ ਹੋ ਰਹੀ ਸੀਗੀ, ਜਿੱਦਾਂ ਕੋਈ ਚੀਜ਼ ਕੁੱਟਦੇ ਨਹੀਂ ਹੁੰਦੇ ਆਪਾਂ ਕੱਪੜੇ ਨੂੰ ਕੁੱਟਦੇ ਹੁੰਦੇ ਆ, ਤੇ ਸਾਨੂੰ ਲੱਗਿਆ ਕਿ ਜਿਵੇਂ ਕੋਈ ਸਾਡੀ ਵਿੰਡੋ ਤੇ ਨੌਕ ਕਰ ਰਿਹਾ। ਤਾਂ ਅਸੀਂ ਬਾਹਰ ਜਾ ਕੇ ਦੇਖ ਕੇ ਆਏ ਤੇ ਐਦਾਂ ਦਾ ਫੀਲ ਨਹੀਂ ਹੁੰਦਾ ਕਿ ਵੀ ਡਰ ਕੇ ਅੰਦਰ ਜੇ ਬੈਠੇ ਰਹਾਂਗੇ। ਠੀਕ ਹੈ। ਸੋ ਜੇ ਕੋਈ ਸਾਊਂਡ ਇਦਾਂ ਦੀ ਕੋਈ ਅਨਯੂਜ਼ੁਅਲ ਸਾਊਂਡ ਸੁਣਦੇ ਆ ਤਾਂ ਅਸੀਂ ਚੁੱਪ ਕਰਕੇ ਰੋਡ ਤੇ ਜਾਂਦੇ ਆਗੇ। ਅਗੇਨ ਮੇਰੇ ਖਿਆਲ 'ਚ ਅਸੀਂ ਪਿੰਡਾਂ ਦੇ ਵਿੱਚੋਂ ਪਲ ਕੇ ਵੱਡੇ ਹੋ ਕੇ ਆਏ ਆ, ਉਹ ਉੱਦਾਂ ਦੇ ਮਾਹੌਲ ਦੇ ਵਿੱਚ ਰਹੇ ਆ। ਔਰ ਦੂਜਾ ਇਹ ਵੀ ਆ ਕਿ ਜ਼ਿੰਦਗੀ 'ਚੋਂ ਇੱਕ ਦਿਨ ਚਲੇ ਜਾਣਾ ਵੀ ਆ, ਸੋ ਪ੍ਰਭਾਵ ਵੀ ਕੋਈ ਨਹੀਂ ਹੈ। ਅਦਰਵਾਈਜ਼ ਸੇਫਟੀ ਇਸ਼ੂ ਕੋਈ ਨਹੀਂ ਹੈਗਾ ਇੱਥੇ? ਸੇਫਟੀ ਮੈਨੂੰ ਨਹੀਂ ਲੱਗਦਾ ਕੋਈ ਪ੍ਰੋਬਲਮ ਆ, ਬਿਕੋਜ਼ ਗੁਆਂਢੀ ਜਿਹੜੇ ਹੁਣ 30 ਸਾਲ ਤੋਂ ਰਹਿ ਰਹੇ ਨੇ ਸਾਰੇ ਆਉਂਦੇ ਜਾਂਦੇ ਨੇ ਸਾਡੇ ਨਾਲ। ਉਹ ਕਹਿੰਦੇ ਵੀ ਈਵਨ ਯੂ ਕੈਨ ਲੀਵ ਦਾ ਡੋਰ ਓਪਨ। ਅੱਛਾ। ਹਾਂ, ਕਹਿੰਦਾ ਇੱਥੇ ਕੋਈ ਪ੍ਰੋਬਲਮ ਨਹੀਂ। ਠੀਕ। ਉਹਨਾਂ ਦੇ ਕਹਿਣ ਦੇ ਹਿਸਾਬ ਨਾਲ। ਬਟ ਅਗੇਨ ਅਸੀਂ ਤਾਂ ਨਹੀਂ ਅਜੇ ਉੱਦਾਂ ਦਾ ਰਿਐਕਟ ਕਰਨ ਲੱਗੇ, ਡੋਰ ਲੌਕ ਕਰਕੇ ਸੋਈ ਦਾ। ਬਟ ਅਗੇਨ ਬਹੁਤ ਦੂਰ ਵੀ ਨਹੀਂ ਅਸੀਂ ਸਿਟੀ ਤੋਂ, 25 ਕਿਲੋਮੀਟਰ ਦੂਰ ਹੀ ਆ, ਸਿਰਫ ਨੇੜੇ ਆ। ਸਹੀ ਹੈ। ਸੋ ਇਹ ਬਹੁਤ ਹੀ ਖੂਬਸੂਰਤ ਜਾਣਕਾਰੀ ਹੈ। ਮੇਰਾ ਖਿਆਲ ਹੈ ਵੀ ਜਿਹੜੇ ਲੋਕ ਘਰ ਲੈਣਾ ਚਾਹੁੰਦੇ ਨੇ ਤੇ ਉਹਨਾਂ ਨੂੰ ਕੁਛ ਨਾ ਕੁਛ ਇਸ ਜਾਣਕਾਰੀ 'ਚ ਜ਼ਰੂਰ ਹੈਲਪ ਮਿਲੇਗੀ। ਸੋ ਹੋਰ ਕੋਈ ਗੱਲਬਾਤ? ਇੱਕ ਹੋਰ ਚੀਜ਼ ਮੈਂ ਕਹਿਣੀ ਚਾਹੂੰਗਾ। ਮੇਰੇ ਕੋਲ ਮੈਂ ਸਰਪ੍ਰਾਈਜ਼ ਹੁੰਨਾ, ਮਤਲਬ ਡੋਂਟ ਬੀ ਅਫੈਂਸਿਵ, ਕੀ ਕਹਿੰਦੇ ਹੁੰਦੇ ਨੇ ਕਿ ਵੀ ਬੁਰਾ ਨਾ ਮੰਨਿਓ। ਕਈ ਵਾਰੀ ਵਨ ਆਫ ਯੂ ਵੀ ਹੋਵੋ ਉਹਦੇ ਵਿੱਚ ਕਿ ਜਿਹੜੇ ਸੁਣ ਰਹੇ ਹੋ, ਕਿ ਮੈਨੂੰ ਆ ਕੇ ਇਹ ਸਵਾਲ ਕੀਤਾ ਜਾਂਦਾ ਕਿ ਯਾਰ ਇੱਥੇ ਇਹਦੀ ਸਬ ਡਿਵੀਜ਼ਨ ਤਾਂ ਹੋ ਜੂਗੀ, ਇੱਥੇ 2 ਘਰ ਹੋਰ ਬਣ ਜਾਣਗੇ, 3 ਹੋਰ ਬਣ ਜਾਣਗੇ, ਤੇ ਕਦੋਂ ਬਣ ਜਾਣਗੇ? ਉਹ ਮੈਨੂੰ ਪਤਾ ਹੁੰਦਾ ਕਿ ਉਹ ਕਿੱਥੋਂ ਆ ਰਹੇ ਨੇ, ਕਿੱਥੋਂ ਸੋਚ ਰਹੇ ਨੇ, ਪਰ ਮੈਂ ਤਾਂ ਉਸ ਵਾਸਤੇ ਨਹੀਂ ਲੈਤਾ ਹੈ ਨਾ। ਵੀ ਮੈਂ ਤਾਂ ਜੇ ਹੋ ਵੀ ਜਾਊ ਤਾਂ ਵੀ ਨਹੀਂ ਕਰੂੰਗਾ, ਬਿਕੋਜ਼ ਮੈਂ ਤਾਂ ਫਿਰ ਇੱਥੇ ਰਹਿਣ ਦਾ ਫਾਇਦਾ ਕੀ ਹੋਇਆ, ਹੈ ਨਾ। ਸੋ ਅਗੇਨ ਸਭ ਦੀਆਂ ਪ੍ਰਾਇੋਰਟੀਜ਼ ਹੁੰਦੀਆਂ ਨੇਗੀਆਂ, ਬਟ ਇਹ ਹੈਗਾ ਵੀ ਵਿਦੇਸ਼ 'ਚ ਆਏ ਹਾਂ, ਹਾਰਡ ਵਰਕ ਕੀਤਾ, ਕਰ ਵੀ ਰਹੇ ਹਾਂ, ਯੂ ਨੋ। ਜੇ ਜਿਹੜੀ ਕਹਿੰਦੇ ਨੇ ਰੋਟੀ ਅਸੀਂ ਘਿਓ 'ਚ ਡੁਬੋ ਕੇ ਵੀ ਜਿਹੜੀ ਮੂੰਹ 'ਚ ਪਾਉਣ ਲੱਗੇ ਹਾਂ, ਜੇ ਉਹਦਾ ਸਵਾਦ ਲੈਣ ਵੇਲੇ ਵੀ ਸੋਚੀਏ ਵੀ ਜੇ ਅੱਧੀ ਦੂਜੇ ਨੂੰ ਦੇ ਦਈਏ ਜਾਂ ਇਹਨੂੰ ਕਿੱਦਾਂ ਕਰ ਲਈਏ, ਤਾਂ ਫਿਰ ਮੇਰੇ ਖਿਆਲ 'ਚ ਇੱਥੇ ਆਉਣ ਦਾ ਕੋਈ ਫਾਇਦਾ ਨਹੀਂ ਹੈ। ਫਿਰ ਤਾਂ ਇੰਡੀਆ ਵਧੀਆ ਸੀਗੇ, ਉੱਥੇ ਵੀ ਸਾਰਾ ਕੁਛ ਉਹ ਸੀ। ਸੋ ਉਸੇ ਕਰਕੇ ਹੀ ਅਸੀਂ ਇੱਥੇ ਆਏ ਹਾਂ, ਕਿਉਂਕਿ ਇਸ ਦਾ ਟਾਈਟਲ ਚੇਂਜ ਹੋਣਾ ਹੀ ਨਹੀਂ ਛੇਤੀ। ਠੀਕ। ਸੋ ਮੈਨੂੰ ਇਹ ਲੱਗਦਾ ਵੀ ਕੁਛ ਏਰੀਆ ਜਿਹੜਾ ਸਾਨੂੰ ਜਿਹਦੇ ਵਿੱਚ ਕੈਲਕੂਲੇਟਿਵ ਵੇ ਨਹੀਂ ਜਾਣਾ ਚਾਹੀਦਾ, ਔਰ ਕੁਦਰਤ ਇਹੋ ਜਿਹੀ ਵਿਸ਼ਾਲ ਆ ਰਿਸ਼ੀ ਜੀ ਕਿ ਉਹ ਤੁਹਾਨੂੰ ਦੇ ਦਿੰਦੀ ਆ ਸਾਰਾ ਕੁਝ। ਸਹੀ ਹੈ। ਉਹ ਤੁਹਾਨੂੰ ਉਹਨੇ ਦੇਣੀ ਦੇਣਾ। ਤੁਸੀਂ ਸੋਚਣ ਵਾਲੇ ਬਣੋ, ਦਿਲੋਂ ਤੁਸੀਂ ਸੋਚ ਲਿਆ ਕਿ ਨਾ, ਉਹਨੇ ਤੁਹਾਨੂੰ ਕੋਈ ਨਾ ਕੋਈ ਰਸਤਾ ਬਣਾ ਕੇ ਤੁਹਾਡੇ ਅੱਗੇ ਲਿਆ ਕੇ ਰੱਖ ਦੇਣਾ। ਬਟ ਇਹ ਆ ਕਿ ਤੁਸੀਂ ਸੱਚੀ ਨੀਅਤ ਨਾਲ, ਸੱਚੇ ਦਿਲੋਂ ਤੁਸੀਂ ਉਸ ਚੀਜ਼ ਨੂੰ ਮਹਿਸੂਸ ਕਰੋ ਕਿ ਵੀ ਹਾਂ। ਸਹੀ ਹੈ। ਸੋ ਬਹੁਤ ਖੂਬਸੂਰਤ, ਤੇ ਆਸ ਹੈ ਜੀ ਤੁਹਾਨੂੰ ਕੋਈ ਨਾ ਕੋਈ ਜ਼ਰੂਰ ਜਾਣਕਾਰੀ ਮਿਲੀ ਹੋਣੀ ਹੈ। ਤੇ ਇਸ ਦੇ ਨਾਲ ਹੀ ਆਪਾਂ ਇਸ ਵੀਡੀਓ ਨੂੰ ਕਰਦੇ ਇੱਥੇ ਬੰਦ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।